ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਜੀ ਅੱਜ ਤੁਹਾਡੇ ਲਈ ਨਵੀਂ ਕਹਾਣੀ। ਮੇਰੀ ਘਰਵਾਲੀ ਮੇਰੇ ਲਈ ਹਰ ਰੋਜ਼ ਬਹੁਤ ਵਧੀਆ ਤੋਂ ਵਧੀਆ ਰਾਤ ਦਾ ਖਾਣਾ ਬਣਾਉਂਦੀ ਤੇ ਬਹੁਤ ਹੀ ਜ਼ਿਆਦਾ ਸਵਾਦ ਹੁੰਦਾ ਸੀ। ਮੈਂ ਜਦੋਂ ਦਫ਼ਤਰ ਤੋਂ ਵਾਪਸ ਆਉਂਦਾ ਤਾਂ ਉਹ ਡਾਈਨਿੰਗ ਟੇਬਲ ਦੇ ਉੱਪਰ ਨਵਾਂ ਸੂਟ ਪਾ ਕੇ ਮੇਰਾ ਇੰਤਜ਼ਾਰ ਕਰਦੀ ਸੀ। ਮੇਰੀ ਘਰਵਾਲੀ ਇੰਨੀ ਜ਼ਿਆਦਾ ਸੋਹਣੀ ਸੀ ਕਿ ਮੈਂ ਉਸ ਨੂੰ ਦੇਖ ਲੈਂਦਾ ਮੇਰੇ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਸੀ। ਉਹ ਮੈਨੂੰ ਕਹਿੰਦੀ ਕਿ ਤੁਸੀਂ ਜਲਦੀ ਜਲਦੀ ਨਹਾ ਲਓ ਅਤੇ ਖਾਣਾ ਖਾ ਲਓ, ਨਹੀਂ ਤਾਂ ਖਾਣਾ ਠੰਡਾ ਹੋ ਜਾਵੇਗਾ। ਮੈਂ ਜਲਦੀ ਜਲਦੀ ਆਪਣੇ ਕੱਪੜੇ ਚੁੱਕ ਕੇ ਬਾਥਰੂਮ ਵਿੱਚ ਚਲਾ ਜਾਂਦਾ ਤੇ ਜਲਦੀ ਜਲਦੀ ਖਾਣਾ ਖਾਣ ਲਈ ਡਾਈਨਿੰਗ ਟੇਬਲ ਤੇ ਪਹੁੰਚ ਜਾਂਦਾ। ਪਰ ਮੈਂ ਹੈਰਾਨ ਸੀ ਕਿ ਉਹ ਮੇਰੇ ਲਈ ਤਾਂ ਇੰਨਾ ਵਧੀਆ ਖਾਣਾ ਬਣਾਉਂਦੀ ਸੀ, ਪਰ ਉਸਨੇ ਕਦੇ ਵੀ ਮੇਰੇ ਨਾਲ ਬੈਠ ਕੇ ਨਹੀਂ ਸੀ ਖਾਧਾ। ਜੇ ਮੈਂ ਉਸਨੂੰ ਕਹਿ ਦਿੰਦਾ ਕਿ ਤੂੰ ਨਹੀਂ ਖਾਣਾ ਤਾਂ ਉਹ ਕਹਿ ਦਿੰਦੀ ਕਿ ਮੈਂ ਤਾਂ ਪੀਜ਼ਾ ਆਰਡਰ ਕਰਿਆ ਹੋਇਆ ਹੈ, ਮੈਂ ਤਾਂ ਉਹੀ ਖਾਵਾਂਗੀ, ਮੇਰਾ ਦਿਲ ਨਹੀਂ ਕਰਦਾ ਖਾਣਾ ਖਾਣ ਨੂੰ ਦਿਲ ਨਹੀਂ ਕਰਦਾ। ਡਿਲੀਵਰੀ ਵਾਲਾ ਮੁੰਡਾ ਆਉਂਦਾ ਹੀ ਹੋਵੇਗਾ ਤੇ ਮੈਂ ਤਾਂ ਉਹੀ ਖਾਵਾਂਗੀ। ਮੈਂ ਜਦੋਂ ਰੋਟੀ ਖਾ ਲੈਂਦਾ ਤਾਂ ਮੈਨੂੰ ਨਾਲ ਦੀ ਨਾਲ ਹੀ ਨੀਂਦ ਆਉਣ ਲੱਗ ਜਾਂਦੀ। ਮੇਰੇ ਸੌਣ ਤੋਂ ਬਾਅਦ ਹੀ ਉਹ ਡਿਲੀਵਰੀ ਵਾਲਾ ਬੰਦਾ ਆਉਂਦਾ ਸੀ ਤੇ ਪੀਜ਼ਾ ਦੇ ਕੇ ਚਲਾ ਜਾਂਦਾ ਸੀ। ਇਹ ਮੇਰੀ ਘਰਵਾਲੀ ਦਾ ਹਰ ਰੋਜ਼ ਦਾ ਹੀ ਕੰਮ ਬਣ ਗਿਆ ਸੀ। ਪਰ ਮੈਂ ਹੈਰਾਨ ਸੀ ਕਿ ਉਹ ਡਿਲੀਵਰੀ ਵਾਲਾ ਬੰਦਾ ਹਰ ਰੋਜ਼ ਮੇਰੇ ਸੌਣ ਤੋਂ ਬਾਅਦ ਹੀ ਆਉਂਦਾ ਸੀ। ਮੈਨੂੰ ਤਾਂ ਆਪਣੇ ਘਰਵਾਲੀ ਤੇ ਸ਼ੱਕ ਹੋਣ ਲੱਗ ਗਿਆ ਸੀ। ਇੱਕ ਰਾਤ ਮੈਂ ਸੁੱਤਾ ਨਾ ਤੇ ਸੌਣ ਦੀ ਐਕਟਿੰਗ ਕਰਨ ਲੱਗਾ। ਜਿਉਂ ਹੀ ਉਹ ਡਿਲੀਵਰੀ ਵਾਲਾ ਮੁੰਡਾ ਸਾਡੇ ਘਰ ਆਇਆ ਤਾਂ ਮੇਰੀ ਘਰਵਾਲੀ ਉਸ ਨੂੰ ਸਾਡੇ ਕਮਰੇ ਵਿੱਚ ਲੈ ਆਈ ਤੇ ਉਹ ਦੋਵੇਂ ਮੇਰੇ ਸਾਹਮਣੇ ਸੋਫੇ ਤੇ ਬੈਠ ਗਏ। ਮੈਂ ਅੱਧ ਮੀਚੀਆਂ ਹੋਈਆਂ ਅੱਖਾਂ ਵਿੱਚੋਂ ਹੌਲੀ ਹੌਲੀ ਦੇਖ ਲੈਂਦਾ ਸੀ, ਪਰ ਜੋ ਮੈਂ ਉਸ ਕਮਰੇ ਵਿੱਚ ਉਹਨਾਂ ਦੋਹਾਂ ਵਿਚਕਾਰ ਜੋ ਹੋ ਰਿਹਾ ਸੀ ਉਸ ਨੂੰ ਦੇਖ ਕੇ ਤਾਂ ਮੈਂ ਪਾਣੀ ਪਾਣੀ ਹੋ ਗਿਆ। ਤੇ ਉਹ ਸੀਨ ਬਹੁਤ ਹੀ ਜ਼ਿਆਦਾ ਸ਼ਰਮਨਾਕ ਸੀ, ਕਿਸੇ ਨੂੰ ਦੱਸਣ ਦੇ ਲਾਇਕ ਵੀ ਨਹੀਂ ਸੀ। ਮੇਰੀਆਂ ਬੰਦ ਅੱਖਾਂ ਵਿੱਚੋਂ ਹੀ ਹੰਝੂ ਨਿਕਲਣੇ ਸ਼ੁਰੂ ਹੋ ਗਏ। ਇਹ ਦੇਖ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਮੇਰੀ ਘਰਵਾਲੀ ਨੇ ਉਹਦਾ ਹੱਥ ਫੜਿਆ ਤੇ ਫਿਰ ਉਹ ਮੈਨੂੰ ਤਾਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਂ ਇਹ ਕੀ ਦੇਖ ਰਿਹਾ ਹਾਂ। ਮੇਰੀ ਘਰਵਾਲੀ ਰਾਤ ਨੂੰ ਸਾਡੇ ਹੀ ਕਮਰੇ ਵਿੱਚ ਮੇਰੀ ਮੌਜੂਦਗੀ ਵਿੱਚ ਇਹ ਕੀ ਕਰ ਰਹੀ ਸੀ। ਮੇਰਾ ਸਰੀਰ ਪੂਰਾ ਠੰਡਾ ਹੋ ਗਿਆ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮੇਰੇ ਸਰੀਰ ਵਿੱਚੋਂ ਕਿਸੇ ਨੇ ਜਾਨ ਹੀ ਕੱਢ ਦਿੱਤੀ ਹੋਵੇ। ਪਰ ਫਿਰ ਮੈਂ ਵੀ ਚੁੱਪਚਾਪ ਅੱਧ ਮੀਚੀਆਂ ਅੱਖਾਂ ਵਿੱਚੋਂ ਸਭ ਕੁਝ ਦੇਖ ਰਿਹਾ ਸੀ ਤੇ ਉੱਥੇ ਹੀ ਸੌਣ ਦੀ ਐਕਟਿੰਗ ਕਰਦਾ ਹੋਇਆ ਪਿਆ ਰਿਹਾ। ਪਰ ਕਦੇ ਕਦੇ ਅੱਖਾਂ ਨਾਲ ਦੇਖਿਆ ਤੇ ਕੰਨਾਂ ਦਾ ਸੁਣਿਆ ਸੱਚ ਨਹੀਂ ਹੁੰਦਾ, ਪਰ ਸੱਚ ਤਾਂ ਉਹ ਹੁੰਦਾ ਹੈ ਜੋ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ ਸੀ। ਮੈਂ ਨਹੀਂ ਜਾਣਦਾ ਸੀ ਕਿ ਮੇਰੀ ਘਰਵਾਲੀ ਮੇਰੀ ਪਿੱਠ ਦੇ ਪਿੱਛੇ ਇਹ ਖੇਲ ਕਦੋਂ ਤੋਂ ਖੇਡ ਰਹੀ ਸੀ। ਮੇਰੀ ਘਰਵਾਲੀ ਮੈਨੂੰ ਕਦੋਂ ਤੋਂ ਧੋਖਾ ਦੇ ਰਹੀ ਸੀ, ਪਰ ਮੈਂ ਆਪਣੀ ਪਤਨੀ ਦੀ ਆਖਰੀ ਹੱਦ ਵੀ ਦੇਖਣਾ ਚਾਹੁੰਦਾ ਸੀ। ਮੇਰੀ ਪਤਨੀ ਮੈਨੂੰ ਸੁੱਤਾ ਹੋਇਆ ਸਮਝ ਕੇ ਮੇਰੀ ਮੌਜੂਦਗੀ ਵਿੱਚ ਕਿਸੇ ਗੈਰ ਮੁੰਡੇ ਦੇ ਨਾਲ ਬੈਠੀ ਹੋਈ ਸੀ। ਉਹ ਮੇਰੇ ਸਾਹਮਣੇ ਸੋਫੇ ਤੇ ਬੈਠੇ ਹੋਏ ਸਨ ਤੇ ਜੋ ਉਹ ਕਰ ਰਹੇ ਸੀ ਉਹ ਦੇਖ ਕੇ ਮੈਂ ਤਾਂ ਸ਼ਰਮ ਨਾਲ ਅੱਖਾਂ ਹੀ ਬੰਦ ਕਰ ਲਈਆਂ। ਮੈਂ ਕਿਵੇਂ ਆਪਣੀ ਪਤਨੀ ਪ੍ਰੀਤ ਤੇ ਵਿਸ਼ਵਾਸ ਕਰਦਾ ਰਿਹਾ, ਪਰ ਉਸਨੇ ਮੇਰੇ ਵਿਸ਼ਵਾਸ ਦੇ ਬਦਲੇ ਮੇਰੀ ਉਹ ਪੂਰੀ ਰਾਤ ਅੱਗ ਦੇ ਅੰਗਿਆਰਿਆਂ ਤੇ ਪਈ ਦੀ ਹੀ ਗੁਜ਼ਰੀ। ਉਹ ਮੁੰਡਾ ਕੁਝ ਸਮਾਂ ਮੇਰੀ ਘਰਵਾਲੀ ਦੇ ਨਾਲ ਗੁਜ਼ਾਰ ਕੇ ਬਾਅਦ ਵਿੱਚ ਚਲਾ ਗਿਆ, ਪਰ ਜਾਂਦੇ ਜਾਂਦੇ ਨੇ ਮੇਰੇ ਜੀਵਨ ਦਾ ਸੁੱਖ ਤੇ ਸਾਡੇ ਘਰ ਦੀ ਸ਼ਾਂਤੀ ਆਪਣੇ ਨਾਲ ਹੀ ਲੈ ਗਿਆ। ਮੈਂ ਪੂਰੀ ਸੱਚਾਈ ਜਾਣਨ ਤੋਂ ਬਾਅਦ ਹੀ ਆਪਣੇ ਘਰਵਾਲੀ ਨੂੰ ਰੰਗੇ ਹੱਥੀਂ ਫੜਨਾ ਚਾਹੁੰਦਾ ਸੀ। ਉਹਨੇ ਤਾਂ ਮੇਰੀ ਪਿੱਠ ਦੇ ਪਿੱਛੇ ਬਹੁਤ ਡੂੰਘਾ ਵਾਰ ਕਰਿਆ ਸੀ। ਰਿਸ਼ਤੇਦਾਰ ਤੇ ਆਂਢ ਗੁਆਂਢ ਉਸ ਨੂੰ ਬਹੁਤ ਹੀ ਸ਼ਰੀਫ ਸਮਝਦੇ ਸੀ। ਇਸ ਲਈ ਉਸ ਨੂੰ ਗਲਤ ਸਾਬਤ ਕਰਨ ਲਈ ਮੇਰੇ ਕੋਲ ਕੋਈ ਨਾ ਕੋਈ ਸਬੂਤ ਦਾ ਹੋਣਾ ਬਹੁਤ ਜ਼ਰੂਰੀ ਸੀ। ਪਰ ਮੈਂ ਉਸ ਰਾਤ ਉਸ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਂ ਉਹਦੀ ਸੱਚਾਈ ਜਾਣ ਗਿਆ ਹਾਂ। ਇਸ ਲਈ ਮੈਂ ਉਸ ਦੇ ਸਾਹਮਣੇ ਸੌਣ ਦੀ ਐਕਟਿੰਗ ਕੀਤੀ ਤੇ ਰੋਜ਼ਾਨਾ ਦੀ ਤਰ੍ਹਾਂ ਸੁਬਾਹ ਹੀ ਉੱਠਿਆ। ਪਰ ਅੱਜ ਜਦੋਂ ਸੁਬਾਹ ਮੈਂ ਉੱਠਿਆ ਮੇਰੇ ਲਈ ਇਹ ਸਵੇਰ ਅਲੱਗ ਸੀ, ਕਿਉਂਕਿ ਹੁਣ ਮੇਰੀ ਜ਼ਿੰਦਗੀ ਵਿੱਚ ਪਹਿਲਾਂ ਅਜਿਹਾ ਕੁਝ ਵੀ ਨਹੀਂ ਸੀ ਰਿਹਾ। ਮੈਂ ਜਿਸ ਨੂੰ ਇੰਨਾ ਪਿਆਰ ਕਰਦਾ ਸੀ ਤੇ ਆਪਣੀ ਪਤਨੀ ਪ੍ਰੀਤ ਤੇ ਵਿਸ਼ਵਾਸ ਕਰਦਾ ਸੀ, ਤੇ ਜਦੋਂ ਮੈਂ ਸਵੇਰੇ ਉੱਠਦੇ ਸਾਰ ਉਸਦਾ ਚਿਹਰਾ ਦੇਖਦਾ ਸੀ ਤਾਂ ਮੇਰਾ ਦਿਨ ਵਧੀਆ ਲੰਘਦਾ ਸੀ। ਪਰ ਅੱਜ ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੈਨੂੰ ਉਸ ਤੋਂ ਸਿਰਫ ਨਫ਼ਰਤ ਹੀ ਹੋ ਰਹੀ ਸੀ। ਅੱਜ ਜਦੋਂ ਉਹ ਮੇਰੇ ਨੇੜੇ ਆਈ ਤਾਂ ਮੈਂ ਉਸ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਤੇ ਨਹਾਉਣ ਦੇ ਲਈ ਬਾਥਰੂਮ ਵਿੱਚ ਚਲਾ ਗਿਆ। ਕੱਲ ਰਾਤ ਜਿਵੇਂ ਮੈਂ ਲੰਘਾਈ ਸੀ ਮੈਨੂੰ ਹੀ ਪਤਾ ਸੀ।
उस कारण हुण साडा रिश्ता पहलां वर्गा नहीं सी रहा, नहीं सी रह सकदा। मैं नहा के जदों मैं बाहर आया तां प्रीत मेरा इंतजार कर रही सी ते मैनूं देख के कहण लगी कि अज दफ्तर तो जल्दी आ जाओ, आपां घुम्मण लई बाहर जावांगे। पर मैं उसनूं साफ-साफ कह दिता कि मेरा किते जाण दा कोई मन नहीं। मेरा दिल तां कहंदा सी कि मैं उस तों पुੱਛ ही लवां, जे तू मेरे नाल एडा वड्डा धोखा क्यों कर रही सी। पर मैं जल्दबाजी विच कोई भी इहो जिहा काम नहीं सी करना चाहुंदा जिस नाल सब कुछ विगड़ जांदा। इस लई मैं ਉਹਦੇ चेहरे वाल ना देखिया। मैनूं तां अज बहुत ही बुरी लग रही सी। मेरा बदलिया होया रूप देख के उसनूं भी कुछ समझ नहीं सी आया, क्योंकि कल रात तां साडे विच सब कुछ ठीक सी। इसलिए उसनूं भी नहीं सी पता कि मेरा बदले हुए सुभाਅ पिछे की कारण है। वो नहीं जानती सी कि कल रात मैं सुता नहीं सी। ਪਹਿਲਾਂ ਅਸੀਂ ਵਾਲੇ ਦਿਨ ਅਕਸਰ ਹੀ ਘੁੰਮਣ ਬਾਹਰ ਚਲੇ ਜਾਂਦੇ ਸੀ। ਉਹ ਜਦੋਂ ਵੀ ਕੋਈ ਮੇਰੇ ਤੋਂ ਕਿਸੇ ਚੀਜ਼ ਦੀ ਫਰਮਾਇਸ਼ ਜਾਂ ਕਿਤੇ ਜਾਣ ਦੀ ਗੱਲ ਕਰਦੀ ਤਾਂ ਮੈਂ ਤੁਰੰਤ ਹੀ ਉਸ ਦੀ ਗੱਲ ਮੰਨ ਲੈਂਦਾ ਸੀ। ਪਰ ਕੱਲ ਰਾਤ ਤੋਂ ਬਾਅਦ ਸਭ ਕੁਝ ਬਦਲ ਗਿਆ ਸੀ। ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਦਫ਼ਤਰ ਜਾਣ ਲਈ ਲੇਟ ਹੋ ਰਿਹਾ ਹਾਂ। ਮੈਂ ਇਹ ਗੱਲ ਵੀ ਪੂਰੇ ਗੁੱਸੇ ਵਿੱਚ ਕਹੀ ਸੀ। ਫਿਰ ਉਸਨੇ ਮੈਨੂੰ ਪਿਆਰ ਨਾਲ ਬਾਏ ਕਿਹਾ, ਪਰ ਮੈਂ ਉਸਦਾ ਜਵਾਬ ਵੀ ਇੱਕ ਨਫ਼ਰਤ ਭਰੇ ਸ਼ਬਦਾਂ ਨਾਲ ਹੀ ਕਰਿਆ। ਪਹਿਲਾਂ ਜਦੋਂ ਵੀ ਮੈਂ ਦਫ਼ਤਰ ਜਾਂਦਾ ਤਾਂ ਉਹ ਮੈਨੂੰ ਘੁੱਟ ਕੇ ਗਲੇ ਲਗਾ ਕੇ ਤੇ ਮੇਰੇ ਨਾਲ ਪਿਆਰ ਭਰੀਆਂ ਗੱਲਾਂ ਅਸੀਂ ਦੋਵੇਂ ਬੈਠ ਕੇ ਕਰਦੇ ਤੇ ਉਸ ਤੋਂ ਬਾਅਦ ਹੀ ਮੈਂ ਦਫ਼ਤਰ ਲਈ ਜਾਂਦਾ ਸੀ। ਪਰ ਅੱਜ ਮੇਰਾ ਦਿਲ ਨਹੀਂ ਸੀ ਕਰ ਰਿਹਾ ਕਿ ਮੈਂ ਉਸ ਨਾਲ ਕੋਈ ਗੱਲਬਾਤ ਕਰਾਂ। ਮੇਰੀਆਂ ਅੱਖਾਂ ਸਾਹਮਣੇ ਰਾਤ ਵਾਲਾ ਨਜ਼ਾਰਾ ਹੀ ਆ ਰਿਹਾ ਸੀ। ਪਰ ਤੇ ਮੈਂ ਤਾਂ ਇਹੀ ਸੋਚ ਰਿਹਾ ਸੀ ਕਿ ਅਕਸਰ ਕਿ ਮੇਰੇ ਪਿਆਰ ਵਿੱਚ ਕਿੱਥੇ ਕਮੀ ਰਹਿ ਗਈ ਸੀ ਜੋ ਪ੍ਰੀਤ ਇਹ ਸਭ ਕੁਝ ਕਰਨ ਲਈ ਇੱਥੋਂ ਤੱਕ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਉਹਨੂੰ ਸਾਡੇ ਰਿਸ਼ਤੇ ਦਾ ਇੱਕ ਵਾਰੀ ਵੀ ਖਿਆਲ ਨਾ ਆਇਆ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਗੁੱਸੇ ਵਿੱਚ ਇੰਨੀ ਤੇਜ਼ ਗੱਡੀ ਚਲਾ ਰਿਹਾ ਸੀ ਤੇ ਮੇਰੇ ਦਿਮਾਗ ਵਿੱਚ ਤਾਂ ਰਾਤ ਵਾਲੀ ਗੱਲ ਨਿਕਲ ਨਹੀਂ ਸੀ ਰਹੀ। ਫਿਰ ਮੈਂ ਜਦੋਂ ਦਫ਼ਤਰ ਪਹੁੰਚਿਆ ਤਾਂ ਆਪਣੇ ਅਸਿਸਟੈਂਟ ਨੂੰ ਕਹਿ ਦਿੱਤਾ ਕਿ ਅੱਜ ਦੀਆਂ ਸਾਰੀਆਂ ਮੀਟਿੰਗਾਂ ਕੈਂਸਲ ਕਰ ਦੇ। ਮੇਰੀ ਸਿਹਤ ਠੀਕ ਨਹੀਂ। ਹੁਣ ਤਾਂ ਬਸ ਮੇਰੇ ਦਿਮਾਗ ਵਿੱਚ ਇੱਕ ਹੀ ਸਵਾਲ ਚੱਲ ਰਿਹਾ ਸੀ ਕਿ ਮੈਂ ਹੁਣ ਅੱਗੇ ਕੀ ਕਰਨਾ ਹੈ ਤੇ ਕਿਹੜੇ ਤਰੀਕੇ ਨਾਲ ਸਾਰਿਆਂ ਦੇ ਸਾਹਮਣੇ ਸੱਚ ਨੂੰ ਲੈ ਕੇ ਆਵਾਂਗਾ। ਕਿਉਂਕਿ ਮੇਰੀ ਮਾਂ ਮੇਰੀ ਘਰਵਾਲੀ ਨੂੰ ਬਹੁਤ ਪਿਆਰ ਕਰਦੀ ਸੀ ਤੇ ਉਹਨੇ ਮੇਰੀ ਇਸ ਗੱਲ ਤੇ ਵਿਸ਼ਵਾਸ ਨਹੀਂ ਸੀ ਕਰਨਾ। ਮੈਂ ਤਾਂ ਇੱਕ ਅਜੀਬ ਜਿਹੀ ਉਲਝਣ ਤਾਣੀ ਵਿੱਚ ਫਸ ਗਿਆ ਸੀ। ਮੈਂ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਮੈਂ ਉਸ ਦੇ ਮੂੰਹੋਂ ਹੀ ਇਹ ਸਾਰਾ ਸੱਚ ਬੁਲਾਵਾਂ। ਪ੍ਰੀਤ ਨੂੰ ਵੀ ਮੇਰੀ ਮਾਂ ਨੇ ਹੀ ਮੇਰੇ ਲਈ ਪਸੰਦ ਕੀਤਾ ਸੀ, ਕਿਉਂਕਿ ਪ੍ਰੀਤ ਮੇਰੀ ਮਾਂ ਦੀ ਹੀ ਸਹੇਲੀ ਦੀ ਕੁੜੀ ਸੀ। ਇਸ ਲਈ ਉਹ ਉਸ ਨੂੰ ਆਪਣੀ ਧੀ ਨਾਲੋਂ ਵੀ ਵੱਧ ਪਿਆਰ ਕਰਦੀ ਸੀ ਤੇ ਮੈਂ ਵੀ ਵਿਆਹ ਤੋਂ ਬਾਅਦ ਮੈਂ ਪ੍ਰੀਤ ਨੂੰ ਬਹੁਤ ਪਿਆਰ ਕਰਦਾ। ਮੈਨੂੰ ਤਾਂ ਹੁਣ ਉਸਦੇ ਪਿਆਰ ਕਰਨਾ ਤੇ ਮੇਰੇ ਅੱਗੇ ਪਿੱਛੇ ਫਿਰਨਾ ਤੇ ਮੇਰਾ ਖਿਆਲ ਰੱਖਣਾ ਇਹ ਸਭ ਕੁਝ ਇੱਕ ਧੋਖਾ ਲੱਗਦਾ ਸੀ। ਉਹ ਮੇਰੇ ਨਾਲ ਬਹੁਤ ਵੱਡਾ ਧੋਖਾ ਕਰ ਰਹੀ ਸੀ। ਮੈਨੂੰ ਤਾਂ ਉਸ ਰਾਤ ਹੀ ਇਹ ਗੱਲ ਸਮਝ ਆਈ ਸੀ। ਮੇਰਾ ਨਾਮ ਨਵਦੀਪ ਹੈ। ਜਦੋਂ ਮੇਰੀ 25 ਸਾਲਾਂ ਦੀ ਉਮਰ ਸੀ, ਇੱਕ ਦਿਨ ਅਚਾਨਕ ਮੇਰੀ ਮਾਂ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਕਿ ਪੁੱਤ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਮੇਰੀ ਗੱਲ ਮੰਨ ਲਈ ਤੇ ਮੈਨੂੰ ਨਾ ਵਿੱਚ ਜਵਾਬ ਨਾ ਦੇਈ। ਮੈਂ ਵੀ ਆਪਣੀ ਮਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਸੀ, ਕਿਉਂਕਿ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੀ ਮਾਂ ਨੇ ਹੀ ਮੈਨੂੰ ਬਹੁਤ ਮਿਹਨਤ ਨਾਲ ਪਾਲਿਆ ਪੋਸਿਆ ਤੇ ਵੱਡਾ ਕੀਤਾ। ਮੇਰੇ ਲਈ ਹੀ ਉਹੀ ਮੇਰੇ ਪਾਪਾ ਸੀ ਤੇ ਉਹੀ ਮੇਰੀ ਮਾਂ ਸੀ। ਇਸ ਲਈ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਤੁਹਾਡਾ ਹਰ ਫੈਸਲਾ ਮਨਜ਼ੂਰ ਹੈ। ਤੇ ਫਿਰ ਮੇਰੀ ਮਾਂ ਕਹਿਣ ਲੱਗੀ ਕਿ ਮੈਂ ਤੇਰਾ ਰਿਸ਼ਤਾ ਪੱਕਾ ਕਰ ਦਿੱਤਾ, ਹਫ਼ਤੇ ਬਾਅਦ ਤੇਰਾ ਵਿਆਹ ਹੈ। ਮੈਨੂੰ ਮੇਰੀ ਮਾਂ ਦੀ ਇਹ ਗੱਲ ਸੁਣ ਕੇ ਬਹੁਤ ਧੱਕਾ ਲੱਗਿਆ। ਮੈਂ ਤਾਂ ਬਸ ਉਸਦੀ ਇਹ ਗੱਲ ਸੁਣ ਕੇ ਚੁੱਪ ਹੀ ਰਹਿ ਗਿਆ ਤੇ ਮੈਂ ਸੋਚਣ ਲੱਗਿਆ ਕਿ ਇੰਨੀ ਛੇਤੀ ਮਾਂ ਨੂੰ ਮੇਰੇ ਲਈ ਕੁੜੀ ਕਿੱਥੋਂ ਮਿਲ ਗਈ। ਉਹਨਾਂ ਨੇ ਤਾਂ ਮੈਨੂੰ ਬਿਨਾਂ ਦੱਸੇ ਤੋਂ ਹੀ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ। ਮੇਰੀ ਜ਼ਿੰਦਗੀ ਵਿੱਚ ਮੇਰੀ ਮਾਂ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੀ। ਮੇਰੀ ਮਾਂ ਨੇ ਹੀ ਮੈਨੂੰ ਆਪ ਹੀ ਦੱਸਿਆ ਕਿ ਮੇਰੀ ਸਹੇਲੀ ਦੀ ਕੁੜੀ ਹੈ ਤੇ ਉਹ ਬਹੁਤ ਹੀ ਸ਼ਰੀਫ ਤੇ ਸੋਹਣੀ ਸੁਨੱਖੀ ਹੈ। ਪਰ ਮੈਂ ਤਾਂ ਅੱਜ ਤੱਕ ਆਪਣੀ ਮਾਂ ਦੀ ਕਿਸੇ ਵੀ ਸਹੇਲੀ ਬਾਰੇ ਨਹੀਂ ਸੀ ਜਾਣਦਾ। ਫਿਰ ਅੱਜ ਅਚਾਨਕ ਮਾਂ ਨੂੰ ਆਪਣੀ ਸਹੇਲੀ ਦੀ ਯਾਦ ਕਿਵੇਂ ਆਈ ਤੇ ਉਹ ਆਪਣੀ ਸਹੇਲੀ ਬਾਰੇ ਗੱਲਾਂ ਕਰਨ ਲੱਗੀ। ਥੋੜੇ ਦਿਨ ਹੀ ਹੋਏ ਸੀ ਕਿ ਮੇਰੀ ਮਾਂ ਨੂੰ ਉਹਨਾਂ ਦੀ ਸਹੇਲੀ ਸ਼ਹਿਰ ਮਿਲੀ ਸੀ ਤਾਂ ਆਪਣੀ ਮਾਂ ਦੀ ਇਸ ਗੱਲ ਤੇ ਮੈਂ ਹੈਰਾਨ ਸੀ।
कि उसनूं इन्ने टाइम बाद उसकी सहेली मिली तो सीधा मेरा उसकी कुड़ी नाल रिश्ता ही पक्का कर दिता। फिर मैं अपनी मां नूं कहा कि इन्नी काहली भी काहदी है, ਵਿਆਹ ਲਈ ਕੁਝ ਟਾਈਮ ਰੁਕ ਜਾਓ, ਫਿਰ ਵਿਆਹ ਕਰ ਲਵਾਂਗੇ। ਪਰ ਮੇਰੀ ਮਾਂ ਨੇ ਮੇਰੀ ਇੱਕ ਵੀ ਨਾ ਸੁਣੀ। ਮੇਰੀ ਮਾਂ ਨੇ ਇੰਨੀ ਜ਼ਿਆਦਾ ਜਿੱਦ ਕਰੀ ਕਿ ਮੈਂ ਪ੍ਰੀਤ ਨੂੰ ਬਿਨਾਂ ਦੇਖੇ ਹੀ ਵਿਆਹ ਲਈ ਹਾਂ ਕਰ ਦਿੱਤੀ। ਫਿਰ ਸਾਡਾ ਵਿਆਹ ਹੋ ਗਿਆ ਤੇ ਉਹ ਮੇਰੀ ਘਰ ਵਾਲੀ ਬਣ ਕੇ ਸਾਡੇ ਘਰ ਆ ਗਈ। ਜਦੋਂ ਮੈਂ ਵਿਆਹ ਵਾਲੇ ਦਿਨ ਪ੍ਰੀਤ ਨੂੰ ਦੇਖਿਆ ਤਾਂ ਉਹ ਜ਼ਿਆਦਾ ਸੋਹਣੀ ਨਹੀਂ ਸੀ। ਮੈਨੂੰ ਤਾਂ ਉਹਦੇ ਵਿੱਚ ਕੋਈ ਖਾਸ ਗੱਲ ਨਹੀਂ ਸੀ ਨਜ਼ਰ ਆ ਰਹੀ। ਮੇਰੀ ਮਾਂ ਨੇ ਇੰਨੀ ਕਾਹਲੀ ਵਿਆਹ ਲਈ ਕਿਉਂ ਕਰੀ ਸੀ? ਮੇਰੀ ਮਾਂ ਦੀ ਸਹੇਲੀ ਬਹੁਤ ਜ਼ਿਆਦਾ ਬਿਮਾਰ ਸੀ, ਇਸ ਲਈ ਉਹ ਚਾਹੁੰਦੀ ਸੀ ਕਿ ਉਸਦੇ ਜਿਉਂਦੇ ਜੀ ਉਸਦੀ ਕੁੜੀ ਦਾ ਵਿਆਹ ਹੋ ਜਾਵੇ। ਮੇਰੀ ਮਾਂ ਨੇ ਆਪਣੀ ਸਹੇਲੀ ਦੀ ਖੁਆਇਸ਼ ਪੂਰੀ ਕਰਨ ਲਈ ਮੇਰਾ ਵਿਆਹ ਪ੍ਰੀਤ ਨਾਲ ਕਰ ਦਿੱਤਾ। ਪਰ ਸ਼ਾਇਦ ਉਹ ਜਲਦੀ ਦੀ ਅਸਲ ਵਜ੍ਹਾ ਕੁਝ ਹੋਰ ਸੀ, ਜਿਸ ਕਰਕੇ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਉਸਦੀ ਮਾਂ ਨੇ ਮੇਰੇ ਨਾਲ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ। ਉਸ ਗੱਲ ਦੀ ਸਮਝ ਮੈਨੂੰ ਹੁਣ ਆ ਰਹੀ ਸੀ ਕਿ ਉਹ ਜਿਹੜੀ ਮੇਰੇ ਘਰ ਵਿੱਚ ਇਹ ਸਭ ਕੁਝ ਕਰਦੀ ਸੀ ਤਾਂ ਉਸਨੂੰ ਆਪਣੀ ਮਾਂ ਦੇ ਘਰ ਵਿੱਚ ਕੀ ਡਰ ਸੀ? ਉੱਥੇ ਤਾਂ ਉਹ ਇਕੱਲੀ ਸੀ ਤੇ ਉਸਦੀ ਮਾਂ ਵੀ ਮੰਜੇ ਤੇ ਪਈ ਹੋਈ ਸੀ ਤੇ ਬਹੁਤ ਜ਼ਿਆਦਾ ਬਿਮਾਰ ਸੀ। ਪ੍ਰੀਤ ਵੀ ਮੇਰੇ ਤਰ੍ਹਾਂ ਇਕੱਲੀ ਕੁੜੀ ਸੀ। ਪ੍ਰੀਤ ਦੀ ਮਾਂ ਨੇ ਦੱਸਿਆ ਸੀ ਕਿ ਉਸਦੇ ਪਾਪਾ ਦੀ ਮੌਤ ਉਦੋਂ ਹੋਈ ਸੀ ਜਦੋਂ ਪ੍ਰੀਤ ਦੀ ਉਮਰ 5 ਸਾਲਾਂ ਦੀ ਸੀ। ਇਸ ਕਰਕੇ ਮੈਂ ਪ੍ਰੀਤ ਨੂੰ ਪਿਆਰ ਕਰਨ ਲੱਗਿਆ ਤੇ ਉਸ ਨੂੰ ਇੱਜ਼ਤ ਦਿੱਤੀ। ਇਮਾਨਦਾਰੀ ਨਾਲ ਆਪਣੇ ਰਿਸ਼ਤੇ ਦੀ ਸ਼ੁਰੂਆਤ ਕਰੀ ਸੀ। ਪ੍ਰੀਤ ਵੀ ਹਮੇਸ਼ਾ ਮੇਰੀ ਮਾਂ ਦਾ ਬਹੁਤ ਖਿਆਲ ਰੱਖਦੀ ਸੀ ਤੇ ਸਾਡੇ ਘਰ ਆਉਂਦਿਆਂ ਉਹਨੇ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਤੇ ਲੈ ਲਈਆਂ ਸੀ। ਪ੍ਰੀਤ ਦੇ ਆਉਣ ਨਾਲ ਮੇਰੀ ਮਾਂ ਨੂੰ ਆਪਣੀ ਧੀ ਮਿਲ ਗਈ ਸੀ। ਪ੍ਰੀਤ ਨੇ ਮੇਰੇ ਮਾਂ ਦੇ ਦਿਲ ਵਿੱਚ ਜਗ੍ਹਾ ਬਣਾ ਲਈ ਸੀ ਤੇ ਉਹ ਵੀ ਮੇਰੀ ਮਾਂ ਦੀ ਹਰ ਗੱਲ ਮੰਨਦੀ ਸੀ। ਦਿਨ ਰਾਤ ਮੇਰੀ ਮਾਂ ਪ੍ਰੀਤ ਦੀਆਂ ਗੱਲਾਂ ਕਰਦੀ ਰਹਿੰਦੀ ਸੀ। ਮੇਰੀ ਘਰ ਵਾਲੀ ਬਹੁਤ ਜ਼ਿਆਦਾ ਚੁਸਤ ਚਲਾਕ ਸੀ ਤੇ ਉਸਨੇ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਹੁਤ ਡੂੰਘੀ ਬਣਾ ਲਈ ਸੀ। ਮੇਰੀ ਮਾਂ ਸਾਰਾ ਦਿਨ ਮੇਰੀ ਘਰ ਵਾਲੀ ਦੀਆਂ ਤਾਰੀਫਾਂ ਕਰਦੀ ਰਹਿੰਦੀ ਸੀ। ਇਹ ਸੁਣ ਕੇ ਮੈਨੂੰ ਵੀ ਖੁਸ਼ੀ ਹੁੰਦੀ ਸੀ। ਪਰ ਹੁਣ ਮੈਨੂੰ ਇਹ ਗੱਲ ਪਰੇਸ਼ਾਨ ਕਰ ਰਹੀ ਸੀ ਕਿ ਮੈਂ ਆਪਣੀ ਮਾਂ ਨੂੰ ਕਿਵੇਂ ਆਪਣੀ ਘਰ ਵਾਲੀ ਦੀ ਰਾਤ ਵਾਲੀ ਗੱਲ ਨੂੰ ਦੱਸਦਾ। ਪਰ ਉਹ ਤਾਂ ਮੈਨੂੰ ਸ਼ਰੇਆਮ ਧੋਖਾ ਦੇ ਰਹੀ ਸੀ। ਜੇ ਮੈਂ ਆਪਣੀ ਮਾਂ ਨੂੰ ਆਪਣੇ ਮੂੰਹੋਂ ਇਹ ਗੱਲ ਦੱਸਦਾ ਕਿ ਤੇਰੀ ਨੌਂ ਗੈਰ ਮਰਦ ਦੇ ਨਾਲ ਕਿਸ ਹਾਲਤ ਵਿੱਚ ਮੈਂ ਉਸ ਨੂੰ ਦੇਖਿਆ ਤਾਂ ਇਹ ਸੁਣ ਕੇ ਸ਼ਾਇਦ ਮਾਂ ਮੇਰੇ ਮੂੰਹ ਤੇ ਹੀ ਥੱਪੜ ਮਾਰ ਦਿੰਦੀ। ਮੇਰਾ ਦਿਲ ਬਹੁਤ ਦੁਖੀ ਸੀ। ਉਹ ਸੀਨ ਤਾਂ ਮੇਰੀਆਂ ਅੱਖਾਂ ਤੋਂ ਪਰੇ ਨਹੀਂ ਸੀ ਹੋ ਰਿਹਾ। ਕਿਵੇਂ ਉਹ ਸੋਫੇ ਉੱਤੇ ਗੈਰ ਮਰਦ ਨਾਲ ਬੈਠੀ ਸੀ ਤੇ ਹੁਣ ਮੈਨੂੰ ਸਮਝ ਆ ਰਿਹਾ ਸੀ ਕਿ ਉਹ ਆਪਣੇ ਪੇਕੇ ਕਿਉਂ ਨਹੀਂ ਜਾਂਦੀ ਸੀ। ਵਿਆਹ ਤੋਂ ਅਗਲੇ ਦਿਨ ਹੀ ਉਹ ਆਪਣੇ ਪੇਕੇ ਜਾਣ ਲਈ ਤਿਆਰ ਨਹੀਂ ਸੀ। ਉਧਰ ਉਸਦੀ ਮਾਂ ਮੈਨੂੰ ਵਾਰ-ਵਾਰ ਫੋਨ ਕਰਦੀ ਸੀ ਕਿ ਮੇਰੀ ਧੀ ਨੂੰ ਇੱਕ ਵਾਰ ਮਿਲਾ ਕੇ ਲੈ ਜਾ। ਮੈਂ ਵੀ ਉਸਨੂੰ ਕਈ ਵਾਰ ਕਿਹਾ ਸੀ ਕਿ ਤੂੰ ਆਪਣੀ ਮਾਂ ਨੂੰ ਛੇਤੀ ਮਿਲ ਆਇਆ ਕਰ, ਕਿਉਂਕਿ ਉਹ ਬਿਮਾਰ ਹਨ। ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ ਸੀ। ਕਦੇ-ਕਦੇ ਤਾਂ ਮੈਂ ਸੋਚਦਾ ਸੀ ਕਿ ਕਿਵੇਂ ਕੋਈ ਕੁੜੀ ਆਪਣੀ ਮਾਂ ਨੂੰ ਮਿਲੇ ਬਿਨਾਂ ਰਹਿ ਸਕਦੀ ਹੈ। ਕੁੜੀਆਂ ਤਾਂ ਵਿਆਹ ਤੋਂ ਬਾਅਦ ਵੀ ਬਹਾਨੇ ਬਣਾਉਂਦੀਆਂ ਰਹਿੰਦੀਆਂ ਕਿ ਅਸੀਂ ਆਪਣੇ ਮਾਂ-ਪਿਓ ਨੂੰ ਕਿਵੇਂ ਮਿਲੀਏ। ਇਵੇਂ ਹੀ ਕਈ ਮਹੀਨੇ ਲੰਘ ਜਾਂਦੇ ਸੀ। ਜਦੋਂ ਪ੍ਰੀਤ ਦੀ ਮਾਂ ਮਿੰਨਤਾਂ ਕੱਢਦੀ ਸੀ ਕਿ ਮੈਨੂੰ ਇੱਕ ਵਾਰ ਮਿਲ ਜਾ, ਤਾਂ ਮੈਂ ਉਸਨੂੰ ਬੜੀ ਜ਼ਬਰਦਸਤੀ ਨਾਲ ਉਸਦੇ ਪੇਕੇ ਲੈ ਕੇ ਜਾਂਦਾ ਸੀ ਤੇ ਜਦੋਂ ਵੀ ਉਹ ਪੇਕੇ ਜਾਂਦੀ ਸੀ ਉੱਥੋਂ ਉਸਨੂੰ ਕਾਹਲੀ ਹੁੰਦੀ ਸੀ ਕਿ ਮੈਂ ਆਪਣੇ ਘਰ ਜਲਦੀ ਜਾਵਾਂ। ਪਰ ਉਦੋਂ ਤਾਂ ਮੈਂ ਇਹ ਸੋਚਦਾ ਸੀ ਕਿ ਪ੍ਰੀਤ ਨੂੰ ਸ਼ਾਇਦ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਦਾ ਖਿਆਲ ਹੈ ਤੇ ਉਹ ਇੱਕ ਵਧੀਆ ਨੂੰਹ ਹੈ ਜੋ ਇਸ ਤਰ੍ਹਾਂ ਆਪਣੇ ਸਹੁਰੇ ਘਰ ਨੂੰ ਸੰਭਾਲਦੀ ਹੈ। ਪਰ ਇਹ ਸਭ ਕੁਝ ਮੇਰਾ ਵਹਿਮ ਸੀ, ਕਿਉਂਕਿ ਉਸ ਨੂੰ ਤਾਂ ਮੇਰੇ ਘਰ ਵਿੱਚ ਰਾਤ ਨੂੰ ਆਸ਼ਕੀ ਕਰਨ ਦੀ ਖੁੱਲ੍ਹ ਮਿਲਦੀ ਸੀ। ਪ੍ਰੀਤ ਨੂੰ ਹੱਦ ਤੋਂ ਜ਼ਿਆਦਾ ਮੈਂ ਪਿਆਰ ਕਰਦਾ ਸੀ ਤੇ ਮੈਂ ਉਸਦੀ ਪੂਰੀ ਇੱਜ਼ਤ ਕਰਦਾ ਸੀ ਤੇ ਆਪਣਾ ਪੂਰਾ ਘਰ ਉਸਦੇ ਹਵਾਲੇ ਕਰ ਦਿੱਤਾ ਸੀ। ਮੈਂ ਉਸਨੂੰ ਕਦੇ ਵੀ ਖਰਚੇ ਬਾਰੇ ਨਹੀਂ ਸੀ ਪੁੱਛਿਆ ਕਿ ਤੂੰ ਇੰਨੇ ਪੈਸੇ ਕਿੱਥੇ ਖਰਚੇ, ਕਿੱਥੋਂ ਕੀ ਲੈ ਕੇ ਆਉਣੀ ਹੈ। ਮੈਂ ਤਾਂ ਉਹਦੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਿਆ ਸੀ, ਪਰ ਉਹਨੇ ਤਾਂ ਮੇਰੇ ਇਸੇ ਵਿਸ਼ਵਾਸ ਦਾ ਫਾਇਦਾ ਚੁੱਕਿਆ ਸੀ। ਹੁਣ ਤਾਂ ਮੈਂ ਇਹੀ ਚਾਹੁੰਦਾ ਸੀ ਕਿ ਉਹ ਆਪਣੇ ਮੂੰਹੋਂ ਆਪਣੇ ਕਾਰਨਾਮੇ ਦੱਸ ਦੇ, ਮੇਰੀ ਜ਼ਿੰਦਗੀ ਵਿੱਚੋਂ ਹਮੇਸ਼ਾ ਲਈ ਨਿਕਲ ਜਾਵੇ। ਅੱਜ ਮੈਂ ਸਾਰਾ ਦਿਨ ਹੀ ਦਫ਼ਤਰ ਵਿੱਚ ਇਹੀ ਸੋਚਦਾ ਰਿਹਾ ਤੇ ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤਾਂ ਪ੍ਰੀਤ ਦੇ ਲਈ ਮੇਰੇ ਦਿਲ ਵਿੱਚ ਸਿਰਫ ਨਫ਼ਰਤ ਹੀ ਭਰੀ ਹੋਈ ਸੀ। ਪ੍ਰੀਤ ਮੇਰੀ ਮਾਂ ਦੇ ਕਮਰੇ ਵਿੱਚ ਬੈਠੀ ਉਹਦਾ ਸਿਰ ਘੁੱਟ ਰਹੀ ਸੀ। ਮੈਨੂੰ ਦੇਖ ਕੇ ਮੇਰੀ ਮਾਂ ਕਹਿਣ ਲੱਗੀ ਕਿ ਤੂੰ ਵੀ ਮੇਰੇ ਕੋਲ ਆ ਜਾ ਤੇ ਇੱਥੇ ਹੀ ਬੈਠ ਜਾ,
ਪ੍ਰੀਤ ਤਾਂ ਸਾਰਾ ਦਿਨ ਮੇਰੀ ਸੇਵਾ ਵਿੱਚ ਲੱਗੀ ਰਹਿੰਦੀ ਆ, ਤੈਨੂੰ ਤਾਂ ਆਪਣੇ ਕੰਮਾਂ ਵਿੱਚੋਂ ਵੇਲ ਨਹੀਂ ਮਿਲਦੀ। ਕੋਈ ਦੁੱਖ ਸੁੱਖ ਦੀਆਂ ਗੱਲਾਂ ਮੇਰੇ ਨਾਲ ਕਰ ਲੈ। ਮੇਰੀ ਮਾਂ ਮੇਰੀ ਘਰ ਵਾਲੀ ਨੂੰ ਅਸੀਸਾਂ ਦੇ ਰਹੀ ਸੀ ਤੇ ਮੇਰੀ ਘਰ ਵਾਲੀ ਮਿੰਨਾ ਮਿੰਨਾ ਹੱਸ ਰਹੀ ਸੀ। ਪਰ ਜਦੋਂ ਮੈਂ ਪ੍ਰੀਤ ਨੂੰ ਦੇਖਿਆ ਤਾਂ ਮੈਨੂੰ ਉਸ ਤੇ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਭੋਲੀ ਭਾਲੀ ਦਿਖਣ ਵਾਲੀ ਮੇਰੀ ਘਰ ਵਾਲੀ ਅੰਦਰ ਕਿਸ ਤਰ੍ਹਾਂ ਘਟੀਆ ਕੰਮ ਕਰਦੀ ਸੀ, ਉਹ ਸਿਰਫ ਮੈਂ ਹੀ ਜਾਣਦਾ ਸੀ। ਬਹੁਤ ਮੁਸ਼ਕਲ ਨਾਲ ਮੈਂ ਆਪਣੀ ਮਾਂ ਦੇ ਕੋਲ ਥੋੜੀ ਦੇਰ ਲਈ ਬੈਠਿਆ ਤੇ ਫਿਰ ਆਪਣੇ ਕਮਰੇ ਵਿੱਚ ਚਲਾ ਗਿਆ। ਪ੍ਰੀਤ ਵੀ ਮੇਰੇ ਪਿੱਛੇ ਪਿੱਛੇ ਚਾਹ ਲੈ ਕੇ ਆ ਗਈ। ਉਹ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੀ ਸੀ, ਪਰ ਮੇਰਾ ਉਸ ਨਾਲ ਕੋਈ ਵੀ ਗੱਲ ਕਰਨਾ ਮਨ ਨਹੀਂ ਸੀ। ਮੈਂ ਬੈੱਡ ਤੇ ਅੱਖਾਂ ਬੰਦ ਕਰਕੇ ਪੈ ਗਿਆ, ਜਿਵੇਂ ਮੈਨੂੰ ਨੀਂਦ ਆ ਰਹੀ ਹੋਵੇ। ਪ੍ਰੀਤ ਮੇਰੇ ਸਿਰ ਤੇ ਹੱਥ ਰੱਖ ਕੇ ਦੇਖਣ ਲੱਗੀ ਕਿ ਤੁਹਾਡੀ ਤਬੀਅਤ ਠੀਕ ਹੈ। ਤਾਂ ਮੈਂ ਅੱਖਾਂ ਖੋਲ ਕੇ ਪ੍ਰੀਤ ਦਾ ਹੱਥ ਜ਼ੋਰ ਨਾਲ ਪਰਾਂ ਕਰ ਦਿੱਤਾ। ਤਾਂ ਉਹ ਕਹਿਣ ਲੱਗੀ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਹਜੇ ਤਾਂ ਵਿਆਹ ਨੂੰ 5 ਮਹੀਨੇ ਹੀ ਹੋਏ ਹਨ ਤੇ ਇਹਨਾਂ 5 ਮਹੀਨਿਆਂ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਤੁਸੀਂ ਮੇਰੇ ਨਾਲ ਕਰ ਰਹੇ ਹੋ। ਪ੍ਰੀਤ ਨੇ ਅੱਜ ਵੀ ਮੇਰੇ ਲਈ ਨਵਾਂ ਸੂਟ ਪਾਇਆ ਹੋਇਆ ਸੀ ਤੇ ਮੇਰੀ ਪਸੰਦ ਦਾ ਖਾਣਾ ਵੀ ਬਣਾਇਆ ਹੋਇਆ ਸੀ, ਪਰ ਮੈਂ ਕੁਝ ਵੀ ਨਾ ਖਾਧਾ ਤੇ ਬਿਨਾਂ ਖਾਦੇ ਹੀ ਖਾਣਾ ਖਾਂਦੇ ਹੀ ਸੌਂ ਗਿਆ। ਪ੍ਰੀਤ ਮੇਰੇ ਤੋਂ ਵਾਰ-ਵਾਰ ਪੁੱਛ ਰਹੀ ਸੀ ਕਿ ਤੁਸੀਂ ਖਾਣਾ ਕਿਉਂ ਨਹੀਂ ਖਾਧਾ, ਤਾਂ ਮੈਂ ਬਹੁਤ ਉੱਚੀ ਆਵਾਜ਼ ਵਿੱਚ ਜਵਾਬ ਦਿੱਤਾ। ਤਾਂ ਉਹ ਡਰ ਗਈ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ, ਪਰ ਉਸਦੇ ਹੰਝੂਆਂ ਦਾ ਮੇਰੇ ਉੱਪਰ ਕੋਈ ਅਸਰ ਨਹੀਂ ਸੀ। ਜਿੱਧਰ ਪ੍ਰੀਤ ਬੈਠੀ ਸੀ ਮੈਂ ਦੂਸਰੇ ਪਾਸੇ ਮੂੰਹ ਕਰਕੇ ਪੈ ਗਿਆ ਤੇ ਉਸ ਨੂੰ ਕਿਹਾ ਕਿ ਅੱਜ ਦੀ ਰਾਤ ਮੈਨੂੰ ਇਕੱਲਾ ਕਮਰੇ ਵਿੱਚ ਛੱਡ ਦੇ। ਇਹ ਸੁਣ ਕੇ ਪ੍ਰੀਤ ਚੁੱਪਚਾਪ ਕਮਰੇ ਵਿੱਚੋਂ ਬਾਹਰ ਚਲੀ ਗਈ। ਪੂਰੀ ਰਾਤ ਮੈਂ ਇਸੇ ਤਰ੍ਹਾਂ ਕਮਰੇ ਵਿੱਚ ਪਿਆ ਰਿਹਾ। ਮੈਂ ਰਾਤ ਨੂੰ ਇਹ ਖਾਣਾ ਇਸ ਲਈ ਨਹੀਂ ਸੀ ਖਾਧਾ ਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਅੱਜ ਰਾਤ ਨੂੰ ਵੀ ਉਹ ਲੜਕਾ ਸਾਡੇ ਕਮਰੇ ਵਿੱਚ ਆਵੇਗਾ ਕਿ ਨਹੀਂ। ਮੈਨੂੰ ਹਮੇਸ਼ਾ ਨੀਂਦ ਦੀ ਗੋਲੀ ਖਾ ਕੇ ਸੌਣ ਦੀ ਆਦਤ ਸੀ। ਬਿਨਾਂ ਨੀਂਦ ਦੀ ਗੋਲੀ ਖਾਦੇ ਮੈਨੂੰ ਨੀਂਦ ਨਹੀਂ ਸੀ ਆਉਂਦੀ। ਸ਼ਾਇਦ ਇਸੇ ਮੇਰੀ ਆਦਤ ਦਾ ਫਾਇਦਾ ਪ੍ਰੀਤ ਨੇ ਚੁੱਕਿਆ ਸੀ, ਇਸ ਲਈ ਅੱਜ ਰਾਤ ਨੂੰ ਮੈਂ ਨੀਂਦ ਦੀ ਗੋਲੀ ਨਹੀਂ ਸੀ ਖਾਧੀ। ਫਿਰ ਮੈਂ ਚੁੱਪਚਾਪ ਆਪਣੇ ਮੋਬਾਈਲ ਦਾ ਰਿਕਾਰਡਰ ਔਨ ਕਰ ਦਿੱਤਾ ਤੇ ਸੋਫੇ ਦੇ ਵਿੱਚ ਲੁਕੋ ਦਿੱਤਾ। ਜੋ ਵੀ ਗੱਲਬਾਤ ਉਹਨਾਂ ਵਿਚਕਾਰ ਹੋਵੇਗੀ ਤੇ ਉਹ ਰਿਕਾਰਡ ਹੋ ਸਕੇ, ਤੇ ਫਿਰ ਮੈਂ ਉਹਨਾਂ ਨੂੰ ਦੋਹਾਂ ਨੂੰ ਰੰਗੇ ਹੱਥੀ ਫੜ ਲੈਂਦਾ ਤੇ ਫਿਰ ਮੈਂ ਉਹਨਾਂ ਦੋਹਾਂ ਦੀ ਰਿਕਾਰਡਿੰਗ ਆਪਣੀ ਮਾਂ ਨੂੰ ਸੁਣਾ ਸਕਦਾ ਸੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਮੈਨੂੰ ਲੜਕੇ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਕਦੋਂ ਉਹ ਲੜਕਾ ਸਾਡੇ ਘਰ ਆਵੇਗਾ ਤੇ ਕਦੋਂ ਪ੍ਰੀਤ ਉਸ ਨੂੰ ਮੇਰੇ ਕਮਰੇ ਵਿੱਚ ਲੈ ਕੇ ਆਵੇਗੀ ਤੇ ਮੈਂ ਸੌਣ ਦਾ ਡਰਾਮਾ ਕਰਨ ਲੱਗਿਆ। ਪ੍ਰੀਤ ਵੀ ਇਹੀ ਸੋਚ ਰਹੀ ਸੀ ਤੇ ਸਮਝ ਗਈ ਸੀ ਕਿ ਮੈਂ ਸੁੱਤਾ ਪਿਆ ਹਾਂ। ਇਸ ਲਈ ਥੋੜੇ ਟਾਈਮ ਤੋਂ ਬਾਅਦ ਪ੍ਰੀਤ ਨੇ ਕਮਰੇ ਵਿੱਚ ਆਈ ਤੇ ਪ੍ਰੀਤ ਨੇ ਫੋਨ ਮਿਲਾਇਆ ਤੇ ਇੱਕ ਪੀਜ਼ਾ ਆਰਡਰ ਕਰ ਦਿੱਤਾ, ਕਿਉਂਕਿ ਮੈਂ ਜਾਣਦਾ ਸੀ ਕਿ ਪੀਜ਼ਾ ਆਰਡਰ ਕਰਨਾ ਤਾਂ ਉਸ ਦਾ ਇੱਕ ਬਹਾਨਾ ਹੈ। ਪੀਜ਼ੇ ਦੀ ਡਿਲੀਵਰੀ ਲਈ ਉਹ ਬਹਾਨਾ ਬਣਾ ਕੇ ਲੜਕਾ ਸਾਡੇ ਘਰ ਆਉਂਦਾ ਸੀ ਤੇ ਸਾਡੇ ਮੁਹੱਲੇ ਦਾ ਚੌਂਕੀਦਾਰ ਵੀ ਡਿਲੀਵਰੀ ਵਾਲਾ ਮੁੰਡਾ ਸਮਝ ਕੇ ਉਸ ਨੂੰ ਅੱਗੇ ਭੇਜ ਦਿੰਦਾ ਸੀ। ਇਸ ਲਈ ਅੱਜ ਤੱਕ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਲੱਗਿਆ। ਤਕਰੀਬਨ ਰਾਤ ਦੇ 12 ਵਜੇ ਪ੍ਰੀਤ ਨੇ ਸਾਡੇ ਕਮਰੇ ਦਾ ਗੇਟ ਖੋਲ੍ਹ ਲਿਆ ਤੇ ਉਸ ਮੁੰਡੇ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਆਈ। ਮੇਰਾ ਦਿਲ ਕਰਦਾ ਸੀ ਕਿ ਮੈਂ ਉਸ ਨੂੰ ਜਾਨੋਂ ਹੀ ਮਾਰ ਦੇਵਾਂ, ਪਰ ਮੈਂ ਬਹੁਤ ਮੁਸ਼ਕਲ ਨਾਲ ਆਪਣੇ ਆਪ ਤੇ ਕਾਬੂ ਕੀਤਾ ਤੇ ਆਪਣੇ ਗੁੱਸੇ ਤੇ ਕਾਬੂ ਕਰਕੇ ਆਪਣੀ ਜਗ੍ਹਾ ਤੇ ਹੀ ਪਿਆ ਰਿਹਾ। ਉਸ ਮੁੰਡੇ ਨੇ ਪ੍ਰੀਤ ਦਾ ਹੱਥ ਫੜ ਕੇ ਉਸ ਨੂੰ ਸੋਫੇ ਤੇ ਬਿਠਾ ਲਿਆ। ਫਿਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰੇ ਤਾਂ ਸਰੀਰ ਨੂੰ ਅੱਗ ਹੀ ਲੱਗ ਗਈ ਤੇ ਉਹ ਹੌਲੀ-ਹੌਲੀ ਪ੍ਰੀਤ ਨੂੰ ਕੁਝ ਕਹਿ ਰਿਹਾ ਸੀ, ਪਰ ਮੇਰਾ ਫੋਨ ਤਾਂ ਉਸੇ ਸੋਫੇ ਤੇ ਰਿਕਾਰਡਿੰਗ ਤੇ ਲੱਗਿਆ ਹੋਇਆ ਸੀ। ਮੈਂ ਜਾਣਦਾ ਸੀ ਕਿ ਕੁਝ ਨਾ ਕੁਝ ਗੱਲਾਂ ਵਿੱਚ ਰਿਕਾਰਡ ਜ਼ਰੂਰ ਹੋਣਗੀਆਂ। ਫਿਰ ਉਹ ਦੋਵੇਂ ਇੱਕ ਦੂਜੇ ਦੀਆਂ ਗੱਲਾਂ ਵਿੱਚ ਇਸ ਤਰ੍ਹਾਂ ਖੁੱਭ ਗਏ ਕਿ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਨਾਂ ਦੇ ਕਮਰੇ ਵਿੱਚ ਸੁੱਤਾ ਪਿਆ ਹੈ ਤੇ ਉਹ ਕਾਫੀ ਟਾਈਮ ਤੱਕ ਗੱਲਾਂ ਕਰਦੇ ਰਹੇ। ਤੇ ਫਿਰ ਮੇਰੀ ਘਰ ਵਾਲੀ ਨੇ ਉਸ ਦਾ ਮੱਥਾ ਚੁੰਮਿਆ ਤਾਂ ਮੈਨੂੰ ਯਕੀਨ ਹੋ ਗਿਆ ਕਿ ਮੇਰੀ ਘਰ ਵਾਲੀ ਕਿੰਨੀ ਜ਼ਿਆਦਾ ਚਰਿੱਤਰਹੀਣ ਹੈ ਤੇ ਕਿੰਨੀ ਘਟੀਆ ਔਰਤ ਹੈ। ਉਸਨੇ ਆਪਣੀ ਮਾਂ ਦੇ ਕਹਿਣ ਤੇ ਮੇਰੇ ਨਾਲ ਵਿਆਹ ਤਾਂ ਕਰ ਲਿਆ, ਪਰ ਉਸ ਦਾ ਦਿਲ ਆਪਣੇ ਪੁਰਾਣੇ ਆਸ਼ਕ ਵਿੱਚ ਹੀ ਲੱਗਿਆ ਹੋਇਆ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਹ ਆਪਣੀ ਮਾਂ ਨੂੰ ਹੁਣ ਦੁਬਾਰਾ ਮਿਲਣਾ ਨਹੀਂ ਸੀ ਚਾਹੁੰਦੀ। ਨਹੀਂ ਤਾਂ ਕੋਈ ਵੀ ਕੁੜੀ ਨਹੀਂ ਸੀ ਚਾਹੁੰਦੀ ਕਿ ਉਹ ਵਿਆਹ ਤੋਂ ਬਾਅਦ ਆਪਣੇ ਮਾਂ ਪਿਓ ਨੂੰ ਨਾ ਮਿਲੇ। ਮੇਰੇ ਦਿਮਾਗ ਵਿੱਚ ਸਾਰੀਆਂ ਇਸ ਕਹਾਣੀ ਦੀਆਂ ਕੜੀਆਂ ਜੁੜ ਰਹੀਆਂ ਸਨ। ਫਿਰ ਥੋੜੇ ਟਾਈਮ ਤੋਂ ਬਾਅਦ ਪ੍ਰੀਤ ਬਾਹਰ ਚਲੀ ਗਈ। ਜਦੋਂ ਉਹ ਮੁੰਡਾ ਜਾਣ ਲਈ ਖੜਾ ਹੋਇਆ ਤਾਂ ਇਹ ਮੌਕਾ ਮੈਂ ਸਹੀ ਸਮਝਿਆ ਕਿ ਮੈਂ ਹੁਣੇ ਉਹਨਾਂ ਦੋਹਾਂ ਨੂੰ ਰੰਗੇ ਹੱਥੀ ਫੜ ਲੈਂਦਾ। ਇੰਨੇ ਨੂੰ ਪ੍ਰੀਤ ਦੇ ਹੱਥ ਵਿੱਚ ਪੈਸੇ ਸਨ ਤੇ ਉਹ ਕਮਰੇ ਵਿੱਚ ਆਈ ਤਾਂ ਮੈਂ ਵੀ ਜਲਦੀ ਬੈੱਡ ਤੋਂ ਖੜਾ ਹੋ ਗਿਆ। ਮੈਂ ਇੱਕਦਮ ਗੁੱਸੇ ਵਿੱਚ ਕਿਹਾ ਕਿ ਇਹ ਪ੍ਰੀਤ
ਤੂੰ ਸ਼ਰੇਆਮ ਮੇਰੇ ਸੁਣਨ ਤੋਂ ਬਾਅਦ ਕਿਵੇਂ ਮੇਰੇ ਕਮਰੇ ਵਿੱਚ, ਮੇਰੇ ਸੌਣ ਤੋਂ ਬਾਅਦ ਕਿਵੇਂ ਤੂੰ ਮੇਰੇ ਕਮਰੇ ਵਿੱਚ ਤੇ ਮੇਰੇ ਹੀ ਘਰ ਵਿੱਚ, ਮੇਰੇ ਹੀ ਕਮਰੇ ਵਿੱਚ ਸ਼ਰੇਆਮ ਇਸ ਤਰ੍ਹਾਂ ਕਿਸੇ ਗੈਰ ਮਰਦ ਨਾਲ ਕੀ ਕਰ ਰਹੀ ਹੈ? ਮੈਨੂੰ ਤੇਰਾ ਸਭ ਪਤਾ ਲੱਗ ਗਿਆ ਹੈ। ਤੂੰ ਮੈਨੂੰ ਕਿਵੇਂ ਪਾਗਲ ਬਣਾ ਕੇ ਰੱਖਿਆ। ਤੂੰ ਮੇਰੇ ਤੇ ਮੇਰੀ ਮਾਂ ਦੀਆਂ ਅੱਖਾਂ ਤੇ ਪਿਆਰ ਦੀ ਪੱਟੀ ਬੰਨ੍ਹ ਤੇ ਤੇ ਸ਼ਰੇਆਮ ਆਪਣੇ ਆਸ਼ਕ ਨੂੰ ਸੱਦ ਕੇ ਰਾਤ ਨੂੰ ਮਿਲਦੀ ਰਹਿੰਦੀ ਹੈ। ਮੈਂ ਲਗਾਤਾਰ ਹੀ ਬੋਲੀ ਜਾ ਰਿਹਾ ਸੀ ਤੇ ਮੇਰੇ ਉੱਤੇ ਕਾਬੂ ਨਹੀਂ ਸੀ ਹੋ ਰਿਹਾ। ਤਾਂ ਪ੍ਰੀਤ ਨੇ ਕਿਹਾ ਕਿ ਤੁਸੀਂ ਮੇਰੀ ਇੱਕ ਵਾਰ ਗੱਲ ਤਾਂ ਸੁਣੋ। ਮੈਂ ਕਿਹਾ ਕਿ ਹੁਣ ਗੱਲ ਸੁਣ ਲਈ ਰਹਿ ਕੀ ਗਿਆ? ਤੂੰ ਦੱਸ ਮੇਰੇ ਪਿਆਰ ਵਿੱਚ ਕਿੱਥੇ ਕਮੀ ਰਹਿ ਗਈ ਸੀ? ਮੈਂ ਤਾਂ ਤੈਨੂੰ ਕਦੇ ਵੀ ਆਪਣੇ ਘਰ ਵਿੱਚ ਹੋਏ ਖਰਚੇ ਬਾਰੇ ਨਹੀਂ ਸੀ ਪੁੱਛਿਆ, ਪਰ ਤੂੰ ਸ਼ਰੇਆਮ ਮੇਰੀ ਮਿਹਨਤ ਦੀ ਕਮਾਈ ਨੂੰ ਆਪਣੇ ਆਸ਼ਕ ਨੂੰ ਦੇ ਕੇ ਉਸਦਾ ਪੇਟ ਪਾਲ ਰਹੀ ਹੈ। ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤੈਨੂੰ ਆਜ਼ਾਦੀ ਦਿੱਤੀ ਸੀ, ਪਰ ਤੂੰ ਇਸ ਦਾ ਨਜਾਇਜ਼ ਫਾਇਦਾ ਚੁੱਕਿਆ ਹੈ। ਮੈਂ ਤਾਂ ਤੇਰੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਿਆ ਸੀ, ਪਰ ਤੂੰ ਮੇਰੇ ਵਿਸ਼ਵਾਸ ਨੂੰ ਚਕਨਾਚੂਰ ਕਰ ਦਿੱਤਾ ਤੇ ਤੂੰ ਘਟੀਆ ਔਰਤ ਨਿਕਲੀ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਕਿ ਤੂੰ ਇਸ ਤਰ੍ਹਾਂ ਮੇਰੇ ਘਰ ਦੀ ਛੱਤ ਥੱਲੇ ਮੇਰੇ ਹੀ ਕਮਰੇ ਵਿੱਚ ਕਿਸੇ ਗੈਰ ਮਰਦ ਨੂੰ ਸੱਦ ਕੇ ਕਿਵੇਂ ਰੰਗ ਰਲੀਆਂ ਮਨਾਵੇਂਗੀ। ਮੈਂ ਉੱਚੀ ਉੱਚੀ ਰੌਲਾ ਪਾ ਰਿਹਾ ਸੀ ਤੇ ਮੇਰੀ ਆਵਾਜ਼ ਸੁਣ ਕੇ ਮੇਰੀ ਮਾਂ ਵੀ ਸਾਡੇ ਕਮਰੇ ਵਿੱਚ ਆਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਨਵਦੀਪ, ਪਹਿਲਾਂ ਗੱਲ ਨੂੰ ਸਮਝ ਲੈ, ਤੂੰ ਪ੍ਰੀਤ ਨੂੰ ਗਲਤ ਸਮਝ ਰਿਹਾ ਹੈ। ਮੈਂ ਆਪਣੀ ਮਾਂ ਨੂੰ ਕਿਹਾ ਕਿ ਤੂੰ ਇਸ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ, ਪਰ ਮੈਂ ਜੋ ਆਪਣੀ ਅੱਖੀ ਵੇਖਿਆ ਉਹ ਮੈਂ ਕਦੇ ਕਿਵੇਂ ਭੁੱਲ ਜਾਵਾਂ। ਇਹਨੇ ਮੇਰੇ ਨਾਲ ਧੋਖਾ ਕਰਿਆ ਹੈ ਤੇ ਮੇਰੀ ਜ਼ਿੰਦਗੀ ਵਿੱਚ ਇਸ ਦੀ ਕੋਈ ਜਗ੍ਹਾ ਨਹੀਂ। ਮੈਂ ਆਪਣੀ ਮਾਂ ਨੂੰ ਵੀ ਗੁੱਸੇ ਵਿੱਚ ਬੋਲਿਆ ਤਾਂ ਇੰਨੇ ਨੂੰ ਉਸ ਮੁੰਡੇ ਨੇ ਕਿਹਾ ਕਿ ਦੇਖੋ ਵੀਰ ਜੀ, ਮੇਰੀ ਗੱਲ ਸੁਣੋ। ਮੈਂ ਉਸ ਨੂੰ ਕਿਹਾ ਕਿ ਤੂੰ ਕੌਣ ਹੁੰਦਾ ਹੈ ਮੈਨੂੰ ਵੀਰ ਜੀ ਕਹਿਣ ਵਾਲਾ? ਤਾਂ ਪ੍ਰੀਤ ਮੇਰੇ ਪੈਰਾਂ ਵਿੱਚ ਡਿੱਗ ਪਈ ਤੇ ਕਹਿਣ ਲੱਗੀ ਕਿ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ। ਫਿਰ ਪ੍ਰੀਤ ਨੇ ਕਿਹਾ ਕਿ ਇਹ ਮੇਰਾ ਭਰਾ ਹੈ ਤੇ ਪ੍ਰੀਤ ਵੀ ਉੱਚੀ ਉੱਚੀ ਰੋਣ ਲੱਗੀ। ਉਸ ਦੀਆਂ ਸਿਸਕੀਆਂ ਨਾਲ ਸਾਰਾ ਕਮਰਾ ਭਰ ਗਿਆ। ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਹੁਣ ਤੁਸੀਂ ਭੈਣ ਭਰਾ ਵਾਲਾ ਨਾਟਕ ਖੇਡ ਆਪਣੀ ਜਾਨ ਬਚਾਉਣ ਦੇ ਲਈ ਹੀ ਇਸ ਤਰ੍ਹਾਂ ਕਹਿ ਰਹੇ ਹੋ। ਮੈਂ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ ਹਾਂ। ਮੈਂ ਉਦੋਂ ਹੀ ਸੋਫੇ ਵਿੱਚੋਂ ਆਪਣਾ ਫੋਨ ਰਿਕਾਰਡਿੰਗ ਤੇ ਜੋ ਲਾ ਕੇ ਰੱਖਿਆ ਸੀ, ਮੈਂ ਜਲਦੀ ਉਸ ਨੂੰ ਔਨ ਕਰ ਦਿੱਤਾ ਤੇ ਉਹ ਸਿਰਫ ਰਿਕਾਰਡਿੰਗ ਵਿੱਚ ਜੋ ਮੈਂ ਸੁਣਿਆ ਉਸ ਨੂੰ ਸੁਣ ਕੇ ਮੇਰਾ ਬੁਰਾ ਹਾਲ ਹੋ ਗਿਆ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਹੋ ਰਿਹਾ ਹੈ। ਮੈਂ ਜੋ ਸੋਚ ਰਿਹਾ ਸੀ ਉਸਦੇ ਤਾਂ ਸਭ ਕੁਝ ਉਲਟ ਹੀ ਚੱਲ ਰਿਹਾ ਸੀ। ਇਹ ਗੱਲ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਮੈਨੂੰ ਯਾਦ ਆਈ ਕਿ ਪ੍ਰੀਤ ਕਿਸ ਤਰ੍ਹਾਂ ਮੇਰੀ ਗੈਰ ਮੌਜੂਦਗੀ ਵਿੱਚ ਕੀ ਕਰ ਰਹੀ ਹੈ। ਤਾਂ ਉਹ ਮੁੰਡਾ ਉਸ ਨੂੰ ਕਹਿ ਰਿਹਾ ਸੀ ਕਿ ਭੈਣੇ, ਤੇਰਾ ਬਹੁਤ ਬਹੁਤ ਧੰਨਵਾਦ। ਤੇਰੀ ਵਜ੍ਹਾ ਨਾਲ ਮੈਂ ਅੱਜ LLB ਦਾ ਟੈਸਟ ਪਾਸ ਕਰ ਲਿਆ ਤੇ ਤੇਰੀ ਵਜ੍ਹਾ ਨਾਲ ਹੀ ਮੈਨੂੰ ਪੀਜ਼ਾ ਡਿਲੀਵਰੀ ਦੀ ਨੌਕਰੀ ਮਿਲੀ ਸੀ। ਇਸ ਨਾਲ ਮੈਨੂੰ ਥੋੜੇ ਬਹੁਤੇ ਪੈਸੇ ਮਿਲ ਜਾਂਦੇ ਸੀ ਤੇ ਮੇਰਾ ਗੁਜ਼ਾਰਾ ਹੋ ਜਾਂਦਾ ਸੀ। ਤਾਂ ਫਿਰ ਪ੍ਰੀਤ ਨੇ ਕਿਹਾ ਕਿ ਵੀਰੇ, ਭੈਣ ਭਰਾ ਕਦੇ ਭੈਣਾਂ ਦਾ ਧੰਨਵਾਦ ਨਹੀਂ ਕਰਦੇ, ਬਸ ਤੂੰ ਮੇਰੇ ਨਾਲ ਇਸੇ ਤਰ੍ਹਾਂ ਹੀ ਮਿਲਦਾ ਵਰਤਦਾ ਰਹੀ। ਉਹ ਇੰਨਾ ਹੀ ਬੋਲ ਰਹੀ ਸੀ ਤਾਂ ਮੈਂ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ। ਫਿਰ ਪ੍ਰੀਤ ਨੇ ਕਿਹਾ ਕਿ ਤੁਸੀਂ ਮੇਰੇ ਮੂੰਹੋਂ ਹੀ ਸਭ ਕੁਝ ਸੁਣ ਲਓ। ਪ੍ਰੀਤ ਨੇ ਕਿਹਾ ਕਿ ਇਹ ਸੁੱਖ ਮੇਰਾ ਭਰਾ ਹੈ, ਇਹ ਮੇਰੀ ਮਾਂ ਦਾ ਹੀ ਪੁੱਤ ਹੈ। ਮੇਰੀ ਮਾਂ ਦਾ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦਾ ਪਹਿਲਾਂ ਵਾਲਾ ਘਰ ਵਾਲੇ ਦੀ ਮੌਤ ਹੋ ਗਈ ਸੀ। ਫਿਰ ਜਦੋਂ ਮੇਰੇ ਪਾਪਾ ਨਾਲ ਮੇਰੀ ਮਾਂ ਨੇ ਵਿਆਹ ਕਰਵਾਇਆ ਤਾਂ ਮੇਰੇ ਪਾਪਾ ਤੇ ਮੇਰੀ ਦਾਦੀ ਨੂੰ ਸੁੱਖ ਵਧੀਆ ਨਹੀਂ ਸੀ ਲੱਗਦਾ। ਉਹਨਾਂ ਨੇ ਆਪਣੇ ਘਰ ਵਿੱਚ ਇਸ ਨੂੰ ਨਾਂ ਰੱਖਿਆ ਤੇ ਸੁੱਖ ਨੂੰ ਆਪਣੇ ਦਾਦਾ ਦਾਦੀ ਕੋਲ ਹੀ ਰਹਿਣ ਦਿੱਤਾ। ਜਦੋਂ ਕੁਝ ਮਹੀਨੇ ਪਹਿਲਾਂ ਉਸਦੇ ਦਾਦਾ ਦਾਦੀ ਦੀ ਮੌਤ ਹੋ ਗਈ, ਕਿਵੇਂ ਨਾ ਕਿਵੇਂ ਕਰਕੇ ਮੇਰੀ ਮਾਂ ਦੇ ਘਰ ਸੁੱਖ ਨੇ ਸਾਡੇ ਘਰ ਦਾ ਐਡਰੈਸ ਪਤਾ ਕਰਿਆ। ਫਿਰ ਸੁੱਖ ਇੱਕ ਦਿਨ ਇੱਥੇ ਆਇਆ ਤਾਂ ਮੇਰੀ ਮਾਂ ਮੰਜੇ ਤੇ ਬਿਮਾਰ ਪਈ ਸੀ। ਮੇਰੀ ਮਾਂ ਨੂੰ ਦੇਖ ਕੇ ਸੁੱਖ ਬਹੁਤ ਰੋਇਆ। ਫਿਰ ਮੇਰੀ ਮਾਂ ਨੇ ਆਪਣਾ ਗਹਿਣਾ ਸਾਰਾ ਵੇਚ ਕੇ ਸੁੱਖ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਤੇ ਉਧਰ ਸੁੱਖ ਨੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਤੇ ਉਧਰ ਮੇਰਾ ਵਿਆਹ ਵੀ ਰੱਖ ਦਿੱਤਾ, ਕਿਉਂਕਿ ਮੇਰੀ ਮਾਂ ਨੂੰ ਪਤਾ ਸੀ ਕਿ ਮੈਂ ਹੁਣ ਜ਼ਿਆਦਾ ਦੇਰ ਤੱਕ ਜਿੰਦਾ ਨਹੀਂ ਰਹਿ ਸਕਦੀ। ਉਹ ਜਲਦੀ ਆਪਣੇ ਫਰਜ਼ ਪੂਰੇ ਕਰਨਾ ਚਾਹੁੰਦੀ ਸੀ। ਮੇਰੀ ਮਾਂ ਨੂੰ ਹਰ ਰੋਜ਼ ਸੁੱਖ ਨਹੀਂ ਸੀ ਮਿਲ ਸਕਦਾ ਤੇ ਨਾ ਹੀ ਉਸ ਕੋਲ ਰਹਿ ਸਕਦਾ ਸੀ, ਕਿਉਂਕਿ ਮੇਰੇ ਚਾਚੇ ਤਾਏ ਸਾਰੇ ਸੁੱਖ ਨੂੰ ਪਸੰਦ ਨਹੀਂ ਸੀ ਕਰਦੇ। ਉਹ ਇਸ ਨੂੰ ਨਫ਼ਰਤ ਕਰਦੇ ਸੀ ਤੇ ਉਹ ਇਸ ਨੂੰ ਸਾਡੇ ਘਰ ਵਿੱਚ ਆਉਣ ਤੋਂ ਰੋਕਦੇ ਸਨ। ਇਸ ਕਰਕੇ ਹੀ ਮੈਂ ਵੀ ਪੇਕੇ ਨਹੀਂ ਸੀ ਜਾਂਦੀ। ਮੈਂ ਰਾਤ ਨੂੰ ਸੁੱਖ ਨੂੰ ਇੱਥੇ ਹੀ ਬੁਲਾ ਲੈਂਦੀ ਸੀ, ਕਿਉਂਕਿ ਮੰਮੀ ਨੂੰ ਪਤਾ ਸੀ ਕਿ ਇਸ ਸਭ ਦੀ ਸੱਚਾਈ ਦਾ, ਕਿਉਂਕਿ ਮੇਰੀ ਮਾਂ ਨੇ ਮੰਮੀ ਜੀ ਨੂੰ ਇਹ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਸੀ। ਮਾੜੀ ਕਿਸਮਤ ਤਾਂ ਸੁੱਖ ਦੀ ਹੈ ਤੇ ਨਾ ਹੀ ਮਾਂ ਦਾ ਪਿਆਰ ਮਿਲਿਆ। ਕਈ ਵਾਰ ਮਾਂ-ਬਾਪ ਦੀ ਲੜਾਈ ਜਾਂ ਉਹਨਾਂ ਦੇ ਲਏ ਫੈਸਲੇ ਔਲਾਦ ਨੂੰ ਭੁਗਤਣੇ ਪੈਂਦੇ ਹਨ। ਇਸੇ ਤਰ੍ਹਾਂ ਹੀ ਸੁੱਖ ਨਾਲ ਹੋਇਆ।
ਹੁਣ ਮੈਂ ਸੁੱਖ ਨਾਲ ਵਰਤਾਂਗੀ ਕਿਉਂਕਿ ਇਹ ਮੇਰਾ ਭਰਾ ਹੈ। ਸੁੱਖ ਬਾਰੇ ਸਾਰਾ ਕੁਝ ਮੇਰੀ ਮਾਂ ਨੇ ਮੈਨੂੰ ਜਦੋਂ ਮੈਂ 17 ਸਾਲਾਂ ਦੀ ਸੀ ਉਦੋਂ ਮੈਨੂੰ ਦੱਸ ਦਿੱਤਾ ਸੀ। ਇੱਕ ਦਿਨ ਸੁੱਖ ਦੇ ਨਾਲ ਉਸਦੇ ਦਾਦਾ ਦਾਦੀ ਸਾਡੇ ਘਰ ਆਏ ਸੀ, ਪਰ ਮੇਰੇ ਚਾਚੇ ਤਾਇਆਂ ਨੇ ਉਸ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ। ਉਸ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਸੀ ਕਿ ਮੇਰਾ ਇੱਕ ਭਰਾ ਵੀ ਹੈ। ਇਹੀ ਮੇਰੀ ਜ਼ਿੰਦਗੀ ਦੀ ਸੱਚਾਈ ਆ। ਜੇਕਰ ਤੁਸੀਂ ਮੈਨੂੰ ਹਜੇ ਵੀ ਗਲਤ ਸਮਝਦੇ ਹੋ ਤਾਂ ਜੋ ਤੁਹਾਡਾ ਫੈਸਲਾ ਹੋਵੇਗਾ ਉਹ ਸਿਰ ਮੱਥੇ। ਜਦੋਂ ਪ੍ਰੀਤ ਨੇ ਭਰੀਆਂ ਹੋਈਆਂ ਰਗਾਂ ਦੇ ਨਾਲ ਇਹ ਗੱਲ ਕਹੀ ਤਾਂ ਮੈਂ ਪ੍ਰੀਤ ਨੂੰ ਕਿਹਾ ਕਿ ਨਹੀਂ, ਹੁਣ ਸਾਡੇ ਸੁੱਖ ਸਾਡੇ ਨਾਲ ਹੀ ਰਹੇਗਾ। ਇਸ ਨੂੰ ਹੁਣ ਕਿਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਨਾ ਹੀ ਇਸ ਨੂੰ ਪੀਜ਼ਾ ਡਿਲੀਵਰੀ ਕਰਨ ਦੀ ਕੋਈ ਲੋੜ ਹੈ। ਫਿਰ ਪ੍ਰੀਤ ਖੁਸ਼ ਹੋ ਗਈ ਤੇ ਸੁੱਖ ਵੀ ਖੁਸ਼ ਹੋ ਗਿਆ। ਉਹਨਾਂ ਦੋਹਾਂ ਭੈਣ ਭਰਾਵਾਂ ਨੂੰ ਦੇਖ ਕੇ ਮੇਰੀ ਮਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਹਾਂਜੀ ਦੋਸਤੋ, ਅੱਜ ਦੀ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।